ਸਾਗ ਪਾਤ ਖਾਣਾ ਤੇ ਟਿਕਾਣਾ ਵਿੱਚ ਜੰਗਲਾਂ ਦੇ ਸਾਗ ਪਾਤ ਖਾਣਾ ਤੇ ਟਿਕਾਣਾ ਵਿੱਚ ਜੰਗਲਾਂ ਦੇ ਸਾਗ ਪਾਤ ਖਾਣਾ ਤੇ ਸਾਗ ਪਾਤ ਖਾਣਾ ਤੇ ਟਿਕਾਣਾ ਵਿੱਚ ਜੰਗਲਾਂ ਦੇ ਨੈਣਾ ਵਿੱਚੋਂ ਨੀਂਦ ਸੀ ਨੈਣਾ ਵਿੱਚੋਂ ਨੀਂਦ ਸੀ ਗਵਾਈ ਤੇਰੇ ਖਾਲਸੇ ਨੈਣਾ ਵਿੱਚੋਂ ਨੀਂਦ ਸੀ ਗਵਾਈ ਤੇਰੇ ਖਾਲਸੇ ਮਿੱਟੀ ਵਿੱਚ ਗਜ਼ਨੀ ਮਿੱਟੀ ਵਿੱਚ ਗਜ਼ਨੀ ਬਲਾਈ ਤੇਰੇ ਖਾਲਸੇ ਮਿੱਟੀ ਵਿੱਚ ਗਜ਼ਨੀ ਬਲਾਈ ਤੇਰੇ ਖਾਲਸੇ ਸਿੱਧਣੇ ਰਾਤੀ ਵਾਹਿਗੁਰੂ ਦੀ ਫਤਿਹ ਦਾ ਵਾਹਿਗੁਰੂ ਦੀ ਫਤਿਹ ਦਾ ਬੁਲਾਈ ਤੇਰੇ ਖਾਲਸੇ ਵਾਹਿਗੁਰੂ ਦੀ ਫਤਿਹ ਦਾ ਬੁਲਾਈ ਤੇਰੇ ਖਾਲਸੇ ਫੁੱਲ ਫੁੱਲ ਤਨ ਤਨ ਕੀਤੀ ਜੋ ਤਨ ਤਨ ਕੀਤੀ ਜੋ ਕਮਾਈ ਤੇਰੇ ਖਾਲਸੇ ਤਨ ਤਨ ਕੀਤੀ ਜੋ ਕਮਾਈ ਤੇਰੇ ਖਾਲਸੇ
से। ਵੱਡ ਵਡੇਰਿਆਂ ਦੇ ਕਰਨੀ ਨਾਮਿਆਂ ਨੂੰ ਆਪਣੀ ਯਾਦ ਦੀ ਪੱਟੀ ਦੇ ਉੱਤੇ ਦੁਹਰਾਉਣ ਵਾਸਤੇ ਗਰੀਬ ਨਿਵਾਸ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਲਵਾ ਰਹੇ ਸਤਿਗੁਰਾਂ ਦੇ ਖਾਸ ਰੂਪ ਸਵਰੂਪ ਸਾਧ ਸੰਗਤ ਜੀਓ, ਦਰ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅਮਰੀਕ ਸਿੰਘ ਜੀ ਆਪ ਜੀ ਨਾਲ ਇੱਕ ਨੁਕਤਾ ਸਾਂਝਾ ਕਰਕੇ ਗਏ ਨੇ। ਮੈਂ ਕਿਸੇ ਵੇਲੇ ਵਿਚਾਰ ਕਰਦਾ ਕਿ ਜੇ ਮੈਂ ਨੁਕਤਾ ਕੋਈ ਸਾਂਝਾ ਕਰਾਂ ਤਾਂ ਫਿਰ ਜਿਹੜਾ ਮੈਨੂੰ ਸਮਾਂ ਮਿਲਦਾ ਉੱਧਰ ਬਤੀਤ ਹੋ ਜਾਂਦਾ। ਮੈਂ ਇਤਿਹਾਸ ਦੀ ਕੋਈ ਗਾਥਾ ਬਹੁਤੀ ਤੁਹਾਡੇ ਚਰਨਾਂ 'ਚ ਨਹੀਂ ਸਾਂਝੀ ਕਰ ਸਕਦਾ, ਪਰ ਹਰ ਗੱਲ ਦਾ ਆਧਾਰ ਬਣਾਉਣ ਵਾਸਤੇ ਕੁਝ ਨਾ ਕੁਝ ਲੋੜੀਂਦਾ ਹੈ। ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਕੇ ਗਏ ਮਨ ਦੇ ਟਿਕਾਓ ਦਾ, ਕਿ ਹਰ ਇਨਸਾਨ ਇਸ ਗੱਲ ਦਾ ਜ਼ੋਰ ਲਾਉਂਦਾ ਹੈ ਕਿ ਪਤਾ ਨਹੀਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਗੁਰਦੁਆਰਾ ਸਾਹਿਬ ਵੀ ਜਾਈਦਾ, ਦੀਵਾਨ ਵੀ ਸੁਣੀਦਾ, ਪਾਠ ਵੀ ਕਰੀਦਾ, ਮਨ ਤ੍ਰਿਪਤਾ ਨਹੀਂ। ਮੈਂ ਢਾਡੀ ਹਾਂ, ਇਤਿਹਾਸ ਦੇ ਪੰਨਿਆਂ ਦੁਆਰਾ ਹੀ ਤੁਹਾਡੇ ਚਰਨਾਂ 'ਚ ਹਾਜ਼ਰੀ ਪਾਉਣੀ ਚਾਹੁੰਦਾ ਹਾਂ। ਕਥਾ ਮੇਰੇ ਵੱਸ ਦਾ ਰੋਗ ਨਹੀਂ, ਨਾ ਮੈਂ ਉਸ ਪਾਸੇ ਜਾਣਾ ਚਾਹੁੰਦਾ ਹਾਂ। ਕੋਈ ਵਿਦਵਾਨ ਸੱਜਣ ਸੀ, ਇੱਕ ਜਗ੍ਹਾ ਦੇ ਉੱਤੇ ਬੈਠਾ ਸੀ, ਕੋਈ ਮੁਟਿਆਰ ਹੱਥ 'ਚ ਘੜਾ ਲੈ ਕੇ ਤੁਰੀ ਜਾ ਰਹੀ ਹੈ। ਮੈਂ ਪ੍ਰਮਾਣ ਦੇ ਤੌਰ ਉੱਤੇ ਇਹ ਤੁਹਾਡੇ ਨਾਲ ਸਾਂਝਾ ਕਰਕੇ ਪ੍ਰਾਰੰਭ ਕੀਤੀ ਹੋਈ ਗਾਥਾ ਨੂੰ ਤੁਹਾਡੇ ਚਰਨਾਂ 'ਚ ਰੱਖਣਾ ਚਾਹੁੰਦਾ। ਉਹ ਤੁਰੀ ਜਾ ਰਹੀ ਹੈ ਤੇ ਵਿਦਵਾਨ ਸੱਜਣ ਨੇ ਕਲਮ ਉਠਾਈ, ਚੰਦ ਸਤਰਾਂ ਲਿਖੀਆਂ। ਉਹ ਲਿਖਦਾ, ਕਹਿੰਦਾ, ਪਾਣੀ ਭਰਨ ਗਈ ਇੱਕ ਸੁੰਦਰੀ ਹੱਥ ਘੜਾ ਪਲਮਾਈ। ਆਪਣੀ ਭਾਸ਼ਾ 'ਚ ਲਿਖਦਾ, ਪਲਮਾਈ ਦਾ ਮਤਲਬ ਲਟਕਾ ਕੇ ਤੁਰੀ ਜਾਂਦੀ ਹੈ, ਲਮਕਾ ਕੇ ਤੁਰੀ ਜਾ ਰਹੀ ਹੈ, ਗਲੇ ਤੋਂ ਫੜਿਆ ਹੋਇਆ ਘੜੇ ਨੂੰ। ਪਾਣੀ ਭਰਨ ਗਈ ਇੱਕ ਸੁੰਦਰੀ ਹੱਥ ਘੜਾ ਪਲਮਾਈ, ਖੂਹ ਤੇ ਜਾ ਗਲ ਰੱਸੀ ਪਾ ਕੇ ਦਿੱਤਾ ਵਿੱਚ ਲਟਕਾਈ। ਵਿਦਵਾਨ ਸੱਜਣ ਨੇ ਫਿਰ ਦੋ ਪਾਤਰ ਬਣਾਏ। ਮੁਟਿਆਰ ਦੀ ਜਗ੍ਹਾ ਪ੍ਰਮਾਤਮਾ ਨੂੰ ਦੇ ਦਿੱਤੀ, ਸਰਵ ਸ਼ਕਤੀਮਾਨ ਨੂੰ। ਘੜੇ ਦੀ ਜਗ੍ਹਾ ਸਾਡੇ ਵਰਗੇ ਦੁਨਿਆਵੀ ਵਿਅਕਤੀਆਂ ਨੂੰ ਰੱਖ ਲਏ। ਖੂਹ ਤੇ ਜਾ ਗਲ ਰੱਸੀ ਪਾ ਕੇ ਦਿੱਤਾ ਵਿੱਚ ਲਟਕਾਈ। ਹਾਏ ਰੱਬਾ, ਘੜੇ ਨੇ ਪੁੱਛਿਆ। ਹੁਣ ਘੜਾ ਬੋਲਦਾ ਨਹੀਂ। ਕਵੀ ਦੀ ਕਲਮ ਵਿੱਚ ਜਾਨ ਹੋਵੇ ਤੇ ਪੱਥਰਾਂ ਕੋਲੋਂ ਬੁਲਵਾ ਦਿਆ ਕਰਦਾ ਹੈ। ਦਰਖਤ ਬੋਲਦੇ ਹਨ, ਨਦੀਆਂ ਬੋਲਦੀਆਂ ਹਨ, ਪਹਾੜ ਬੋਲਦੇ ਹਨ। ਘੜੇ ਨੇ ਸਵਾਲ ਕੀਤਾ ਤੇ ਸਵਾਲ ਅਸੀਂ ਕਰਦੇ ਹਾਂ। ਅਸੀਂ ਜਦੋਂ ਕਹਿੰਦੇ ਹਾਏ ਰੱਬਾ ਮੇਰੇ ਨਾਲ ਏਦਾਂ, ਰੱਬ ਨੂੰ ਲਾਮੇ ਦਿੰਦੇ, ਅਸੀਂ ਥੱਕਦੇ ਨਹੀਂ। ਹਾਏ ਰੱਬਾ, ਘੜੇ ਨੇ ਪੁੱਛਿਆ। ਕੀ ਪੁੱਛਿਆ? ਚੱਕ ਚੜਿਆ, ਭੱਠ ਪੁੱਜਿਆ, ਇਹ ਵੱਡ ਕਠਨ ਤਪੱਸਿਆ ਕੀਤੀ, ਤਾਂ ਵੀ ਗਲ ਵਿੱਚ ਫਾਹੀ। ਮੈਂ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਹਾਂ ਜਾਂ ਜਾਂਦੀ ਹਾਂ। ਮੈਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਹਾਂ ਜਾਂ ਕਰਦੀ ਹਾਂ। ਮੈਂ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਦਾ ਹਾਂ, ਪਰ ਪਰਿਵਾਰ ਵਿੱਚ ਕਲੇਸ਼ ਬੜਾ ਹੈ, ਮਨ ਟਿਕਾਓ ਵਿੱਚ ਨਹੀਂ, ਆਤਮਾ ਭਟਕਦੀ ਹੈ, ਮਨ ਬਿਰਤੀ ਇਕਾਗਰ ਨਹੀਂ ਰਹਿੰਦੀ, ਮਨ ਉਡਾਰੀਆਂ ਮਾਰਦਾ। ਪਾਠ ਕਰਨ ਲੱਗਿਆ ਸ਼ਾਇਦ ਹੀ ਕਦੀ ਖਿਆਲ ਉਹ ਮਨ ਵਿੱਚ ਆਇਆ ਹੋਵੇ। ਜਦੋਂ ਬੰਦਾ ਬਾਣੀ ਪੜ੍ਹਦਾ ਉਹ ਖਿਆਲ ਇਨਸਾਨ ਦੇ ਦਿਮਾਗ ਵਿੱਚ ਫਿਰ ਚੱਕਰ ਲਗਾਉਂਦੇ ਹਨ। ਘੜੇ ਨੇ ਸਵਾਲ ਕੀਤਾ, ਮਨੁੱਖ ਨੇ ਸਵਾਲ ਕੀਤਾ, ਹਾਏ ਰੱਬਾ, ਚੱਕ ਚੜਿਆ, ਭੱਠ ਪੁੱਜਿਆ, ਮੈਂ ਬੜੀ ਤਪੱਸਿਆ ਕਰਦਾ ਹਾਂ, ਇਹ ਵੱਡ ਕਠਨ ਤਪੱਸਿਆ ਕੀਤੀ, ਤਾਂ ਵੀ ਗਲ ਵਿੱਚ ਫਾਹੀ। ਤੋ ਕਵੀ ਲਿਖਦਾ, ਇਹ ਗੱਲ ਸੁਣ ਕੇ ਕਿਹਾ ਸੁੰਦਰੀ। ਰੱਬ ਨੇ ਜਵਾਬ ਦਿੱਤਾ ਹੈ, ਬੀਬਾ ਕਿਸ ਗੱਲ ਤੇ ਭਲਮਾਇਆ, ਹਠੀਏ ਤਪੀਏ ਦਿਲਾਂ ਦੇ ਥੋਥੇ ਤਾਂ ਅੰਦਰ ਕੁਛ ਨਹੀਂ ਪਾਇਆ। ਕਿਹੜੀ ਗੱਲ ਦਾ ਮਾਨ ਕਰਦਾ, ਅੰਦਰੋਂ ਤੂੰ ਖਾਲੀ ਹੈ। ਮੈਂ ਇੱਕ ਦਿਨ ਜੀਵਨ ਪੜ੍ਹ ਰਿਹਾ ਸੀ ਇੱਕ ਮਹਾਨ ਆਤਮਾ ਦਾ। ਕਹਿੰਦੇ ਨੇ ਸਵੇਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਤੇ ਕਰਦੇ ਹੀ ਗਏ, ਕਰਦੇ ਹੀ ਗਏ, ਕਰਦੇ ਹੀ ਗਏ, ਕਰਦੇ ਹੀ ਗਏ। ਸਿੱਖਾਂ ਨੇ ਪੁੱਛ ਲਿਆ, ਕਹਿਣ ਲੱਗੇ, ਬਾਬਾ ਜੀ ਅੱਜ ਇੰਨਾ ਪਿਆਰ ਜਾਗ ਪਿਆ ਜਪਜੀ ਸਾਹਿਬ ਦੀ ਬਾਣੀ ਨਾਲ, ਪਾਠ ਕਰਨੋਂ ਹਟੇ ਹੀ ਨਹੀਂ, ਹਟੇ ਹੀ ਨਹੀਂ। ਤੇ ਮਹਾਂਪੁਰਸ਼ਾਂ ਨੇ ਜਵਾਬ ਦਿੱਤਾ, ਕਹਿੰਦੇ ਪਿਆਰ ਹੀ ਤੇ ਨਹੀਂ ਸੀ ਜਾਗੇ। ਪਿਆਰ ਜਾਗ ਜਾਂਦਾ ਤੇ ਇੱਕ ਵਾਰ ਹੀ ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਆਤਮਾ ਤ੍ਰਿਪਤ ਹੋ ਜਾਣੀ ਸੀ।
पाठ करते सां साक्षात हजूर पिता गुरु नानक पातशाह के दर्शन हो जाते सन। अज बिरती टिकी नहीं, असी प्रण कर लिया कि उन्ना चिर बाणी पढ़ते जाना जिन्ना चिर मन टिकदा नहीं, टिकाऊ विच नहीं आता। बाणी पढ़नी होर गल है, बाणी पढ़ के उसनूं आप ही सरवण करना। कोई नहीं मेरे वर्गियां दा ते सुभाव है कि जे किते मैं सवेरे कदी बह ही जावां ते भई मजा ते तां ना जे एक दो वीर मैनूं हुण मिलण वाले आ जाण ते मैं चौंकड़ा लाया होवे ते बाणी पढ़ रहा वां ते फिर वेखण वाला आखे वाह भई ताना भई सिखा तेरी बड़ी कमाई, बड़ा सुखनी साज दा पाठ करदा। फिर ते मजा जे कोई वेखे ते वेखदा, कोई नहीं मजा काहदा होया। फिर बाणी पढ़न दा स्वाद आ कोई? बस इत्थे आण के असीं मार खा के साध संगत अंदरों खाली दे खाली रह गए, घड़ा भी खाली सी। ਇਹ ਗੱਲ ਸੁਣ ਕੇ ਕਿਹਾ ਸੁੰਦਰੀ ਬੀਬਾ ਕਿਸ ਗੱਲ ਤੇ ਭਲਮਾਇਆ, ਹਟੀਏ ਤਪੀਏ ਦਿਲਾਂ ਦੇ ਥੋਥੇ ਤੇ ਅੰਦਰ ਕੁਛ ਨਹੀਂ ਪਾਇਆ। ਸਿਆਣੇ ਬੰਦੇ ਕਿਸੇ ਦੀ ਗੱਲ ਮੰਨ ਲੈਂਦੇ ਨੇ, ਮੇਰੇ ਵਰਗੇ ਮੂਰਖ ਨਹੀਂ ਮੰਨਦੇ। ਇਹ ਹੈਂਕੜ ਵਿੱਚ ਰਹੀਦਾ। ਘੜਾ ਸਿਆਣਾ ਸੀ, ਉਹ ਕਵੀ ਕਹਿੰਦਾ ਇਹ ਗੱਲ ਸੁਣ ਕੇ ਸਿਰ ਨੀਵਾਂ ਕਰ। ਘੜੇ ਨੇ ਸਿਰ ਝੁਕਾ ਲਿਆ ਕਿ ਮੇਰੇ ਵਿੱਚ ਗਲਤੀ ਹੈ, मैं गलत हाँ। लागे होर कुछ नहीं सी, उन्हें अपने च पानी पा लिया। ये गल सुन के सिर नीवा कर जद लबां लब भरिया, खिच उतां ला गल फाही सैल कुड़ी सिर धरिया। जिन्हों लमका के तुरी जाती सी, जिहदे गल च फांसी दा फंदा सी, जदों साध संगत उहदे हिरदे च वस गया परमात्मा दा नाम सतनाम श्री वाहिगुरू, फिर तुसां ने उन्होंने सिरां दे ताज बना लिया। किसी ने उन्होंने महात्मा पुरुष आख्या, किसी ने सतपुरुष आख्या, किसी ने ब्रह्म ज्ञानी आख्या, किसी ने रब का रूप आख्या, किसी ने निराई रब आख्या। फिर संगतां उन्होंने सिरां दे ताज बना लैंदियां ने। जेकर असीं खाली रहांगे सारी जिंदगी फांसी का फंदा जमा का बंधन साडे गलां विच पिया रवेगा। जदों गुरु दरबार विच आउंदे आ ना साध संगत, कामकार भी छड्डे ने, टाइम कढ के आए हैं, ते जे लाहा कुछ प्राप्त नहीं किया तो फिर आउंदा फायदा कोई नहीं। जे फार्मैलिटी के तौर उत्ते आउणा है फिर फायदा कोई नहीं। दुनिया के लोगों ने उन्हां दे अगे सिर झुकाया जिन्हां ने परमात्मा की एडी वड्डी आराधना की कि परमात्मा का रूप ही हो गए। ऐसियां विचारां तुसीं सरवण कर रहे सी। दुनिया के महान योधे सरदारे आजम सरदार हरि सिंह नलूए का जीवन मैं तुहाडे चरनां च रख रहा हाँ। सिख राज के खूनी पत्रे तुहाडे नाल प्रारंभ कर चुका हाँ। समा बड़ी स्पीड नाल अपनी मंजिल वाल जा रहा। कल दे दीवान च तुसां ने सरवण कीता है पेशावर के गवर्नर हाजी खान की लिखी हुई पत्रिका सरदार हरि सिंह नलूए नूं मिली। ये गल नोट करियो साध संगत, यो समा सी जदों पूरे खालसा राज विच किसी नूं यह नहीं सी कहना पैंदा कि तू अमृत छक लै। जिन्हें छकिया नहीं सी हुंदा उहदे नां दे नाल सिंह शब्द नहीं सी हुंदा। दो गल्लां कदी नोट करियो। सिख इतिहास विच जिसने सब तो पहला अपना दाड़ा बद्धा ਉਹ ਸੀ शेरे पंजाब महाराजा रणजीत सिंह ਦਾ लखते जिगर सरदार शेर सिंह। सिख कौम विच गुरु नानक पातशाह तो लैके जिसने सब तो पहला अपने केसां नूं कैंची लगवाई वह भी शेरे पंजाब महाराजा रणजीत सिंह का लखते जिगर महाराजा दलीप सिंह सी। ये गिरावटां आईयां क्यों? इहो ही इतिहास के पन्ने मैं तुहाडे नाल साझा करने वास्ते तुसां ने संगतां ने हुक्म ला दिता। पहले दिन सिख सरदार सिख राज का चीफ जनरल फौजां का जरनैल सिंघां नूं आख्या, कहण लगे खालसा जी जंग की तैयारी करो। मैं पहले दिन ही बेनती की है, लड़ी बड़ी गुंझलदार है, इनू असीं तां ही समझ सकांगे जे रोजाना ही इहदे नाल जे असीं शौक रखदे हां ते जुड़न की चेष्टा करांगे। सरदार ने आख्या अमृत वेले दुश्मन उत्ते चढ़ाई कर दी जाएगी। दिन चढ़े है, यह रवायत सी जदों फौजां हमला करदियां सन दिन की चढ़ाई नाल करदियां सन ताकि कोई बेगुनाह ना मारिया जाए। हुण वांग नहीं
ਜਦੋਂ ਕਿਸੇ ਮੁਲਕ ਨੇ ਕਿਸੇ ਦੇ ਉੱਤੇ ਹਮਲਾ ਕਰਨਾ ਕਰਦਾ ਹੀ ਰਾਤ ਨੂੰ ਹੈ, ਕਿਉਂਕਿ ਮਾਰਨੇ ਬੇਕਸੂਰ ਹੁੰਦੇ ਨੇ, ਗੁਨਾਹਗਾਰ ਤੇ ਆਪਣੇ ਮਹੱਲਾਂ ਵਿੱਚ ਵੜ ਕੇ ਬੈਠੇ ਹੁੰਦੇ ਨੇ। ਅੰਮ੍ਰਿਤ ਵੇਲਾ ਹੋਇਆ, ਮਰਦਾਂ ਨੇ ਦਰਿਆ ਟੁਕੇ 'ਚ ਇਸ਼ਨਾਨ ਕੀਤਾ, ਰੱਬੀ ਬਾਣੀ ਦੇ ਇਲਾਹੀ ਬਾਣੀ ਦੇ ਜਾਪ ਕੀਤੇ। ਸਰਦਾਰ ਨੇ ਸਫੇਦ ਰੰਗ ਦਾ ਬਾਣਾ ਧਾਰਨ ਕੀਤਾ, ਸਫੇਦ ਰੰਗ ਦਾ ਸਿਰ ਤੇ ਉੱਚਾ ਲੰਮਾ ਦਮਾਲਾ, ਉਹਦੇ 'ਚ ਸਜੇ ਹੋਏ 40 ਚੱਕਰ, ਮਰਦ ਦੀ ਛਾਤੀ ਬੀੜੀਆਂ ਹੋਈਆਂ ਤਵੀਆਂ, ਗਲ 'ਚ ਹਜੂਰੀਆ ਪਾ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ। ਮਹਾਰਾਜ, ਗਰੀਬ ਨਵਾਜ਼ ਖਾਲਸਾ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਸੀ, ਮੁਹਿੰਮ ਦੇ ਉੱਤੇ ਚੜ ਕੇ ਚੱਲੇ ਹਾਂ, ਆਪ ਜੀ ਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਅਰਦਾਸ ਕਰਕੇ ਸਰਦਾਰ ਘੋੜੇ ਦੇ ਉੱਤੇ ਸਵਾਰ ਹੋਇਆ, ਉਹਦਾ ਬੱਗਾ ਘੋੜਾ ਉਹਨੇ ਆਪਣੇ ਪੌਣ ਜ਼ਮੀਨ ਤੋਂ ਚੁੱਕੇ ਦੁਬਾਰਾ ਜ਼ਮੀਨ ਉੱਤੇ ਰੱਖੇ, ਖੋਰੂ ਪਾਇਆ ਤੇ ਗਰਦ ਆਕਾਸ਼ ਵੱਲ ਨੂੰ ਚਾੜ ਦਿੱਤੀ। ਉਹਦਾ ਘੋੜਾ ਜ਼ੋਰ ਦੀ ਹਿਣਕਿਆ, ਉਹਦੇ ਪੱਥੇ 'ਚ ਪਏ ਹੋਏ ਤੀਰਾਂ ਨੇ ਆਪਣੇ ਡੰਗ ਸਵਾਰੇ, ਉਹਦੀ ਤੇਗ ਉਛਲ ਕੇ ਮਿਆਨ 'ਚੋਂ ਬਾਹਰ ਆਈ, ਉਹਦੇ ਦੋ ਤਾਰੇ ਖੰਡੇ ਨੇ ਵਲ ਖਾਦੇ, ਉਹਦੀ ਕਮਾਨ ਨੇ ਗੜਾਈਆਂ ਲਈਆਂ, ਉਹਦੀ ਦੁਨਾਰੀ ਨੇ ਬੁੱਲਾਂ ਤੇ ਜ਼ਬਾਨ ਫੇਰੀ, ਖਿੱਚ ਕੇ ਘੋੜੇ ਦੀਆਂ ਵਾਗਾਂ ਮਾਰ ਕੇ ਢੀ ਪਸ਼ਾਵਰ ਦੇ ਉੱਤੇ ਹਮਲਾ ਕਿਵੇਂ ਕਰਦੇ ਨੇ, ਉਸ ਸਿਰ ਦਾ ਵੇਰਵਾ ਢਾਡੀ ਸੁਣਾ ਸ਼ਬਦਾਂ 'ਚ ਹੈ।
मुका के मुड़ांगे हाजी खान काकड़ वाली कंग याद रहिंदियां रहिंदियां यादरा तेरियां हाजी एक घटना है साल सन 1835। ਇਹ दिन सन साध संगत ਜਦੋਂ खालसा राज अपनियां पूर्ण जवानियां मान रहा सी, ਜਦੋਂ ਵੱਡੇ ਵੱਡੇ ਵਜ਼ੀਰ ਵੱਡੇ ਵੱਡੇ ਅਹਿਲਕਾਰ ਦੇਸ਼ਾਂ ਵਿਦੇਸ਼ਾਂ ਦੇ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਜਾ ਕੇ ਹੱਥ ਜੋੜ ਕੇ ਖਲੋ ਜਾਂਦੇ ਸਨ ਤੇ ਕਹਿੰਦੇ ਸਨ, ਸਰਦਾਰਾ ਸਾਨੂੰ ਆਪਣੇ ਦੇਸ਼ 'ਚ ਰਹਿਣ ਦੀ ਇਜਾਜ਼ਤ ਦੇ ਦੇ, ਨੌਕਰੀ ਦੇ ਦੇ, ਤਨਖਾਹ ਮਰਜ਼ੀ ਨਾਲ ਦੇ ਦੇਵੀਂ, ਅਸੀਂ ਆਪਣੇ ਦੇਸ਼ ਵਿੱਚ ਜਾ ਕੇ ਗੱਲ ਕਹਿਣ ਜੋਗੇ ਹੋ ਜਾਈਏ ਕਿ ਅਸੀਂ ਖਾਲਸਾ ਰਾਜ ਵਿੱਚ ਜਾ ਕੇ ਨੌਕਰੀ ਕਰਦੇ। ਇਹ ਦਿਨ ਸਨ, ਕਦੀ ਇਤਿਹਾਸ ਨੂੰ ਬਰੀਕੀ ਨਾਲ ਪੜ੍ਹ ਕੇ ਵੇਖੀਏ, ਜਦੋਂ ਖਾਲਸਾ ਰਾਜ ਦੀ ਕਰੰਸੀ ਜਿਹੜੀ ਸੀ ਦੁਨੀਆ ਦੀ ਸਭ ਤੋਂ ਸਰਵੋਤਮ ਕਰੰਸੀ ਸੀ, ਸਭ ਤੋਂ ਮਹਿੰਗੀ। ਅਮਰੀਕਾ, ਫਰਾਂਸ ਔਰ ਵੱਡੇ ਵੱਡੇ ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਜਰਨੈਲ ਸਨ, ਉਹ ਦਰਖਾਸਤਾਂ ਦਿੰਦੇ ਸਨ ਕਿ ਸਾਨੂੰ ਸਿੱਖ ਰਾਜ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਅਸੀਂ ਕਮਾਇਆ ਕਿ ਰਾਜ ਭਾਗ ਬਰਬਾਦ ਕੀਤਾ, ਫਿਰ ਸਾਡੇ ਨੌਜਵਾਨਾਂ ਨੇ ਐਪਲੀਕੇਸ਼ਨ ਦਿੱਤੀ ਤੇ ਫਿਰ ਸਾਡੀਆਂ ਲਾਈਨਾਂ ਲੱਗ ਗਈਆਂ। ਜਿਹੜੇ ਕਦੀ ਸਾਡੇ ਸਾਹਮਣੇ ਝੋਲੀ ਅੱਡ ਕੇ ਖਲੋਂਦੇ ਸਨ, ਅਸੀਂ ਉਹਨਾਂ ਦੇ ਦੇਸ਼ ਵਿੱਚ ਆਣ ਕੇ ਝੋਲੀ ਅੱਡ ਕੇ ਖਲੋ ਗਏ। ਇਹ ਸਾਡੀ ਕਮਾਈ ਹੋਈ। मैं बयान कर रहा हाँ, मर्द जा रहा है पेशावर तो थोड़ी दूर अजे रहिंदा सी पेशावर, जब सरदार ने अपनी फौजां रोकण दा इशारा किया। सरदार महा सिंह ने आख्या, कहन लगा, सिंह साहब क्यों रोकिया गया? सरदार ने इत्थे एक झूठ बोले, कहंदे ने कई बार बोलिया होया झूठ 100 सच नालों भी चंगा होया करदा है, ते कई बार एवें झूठ बोली जाना। एक विद्वान का एक इत्थे कथन है, वो कहता, जैसे बिक के पान करने से सारे ही शरीर को अत अनंत कष्ट हो। कोई जहर खा ले मौत भी हो जाती है, इंसान को तकलीफ बड़ी होती है। जैसे बिक के पान करने से सारे ही शरीर को अत अनंत कष्ट हो, जैसे पापी के कुसंग संग बैठने से, किसे माड़े दी संगत कर लो, गुनाह उन्हें कीता रगड़े तुसां भी जाना। कीर्ति की हान और कीर्त अभष्ट हो, जैसे पापी के घर का अन्न खाने से अच्छे अच्छे ऋषियों की बुद्धि भ्रष्ट हो, इसी प्रकार एक बार झूठ बोलने से जन्मन जन्मांतरा का पुण्यदान नष्ट हो। इंसान सारा कुछ ही बर्बाद कर लेंदा है, पर मैं बिने कर रहा, कई बार झूठ 100 सच नालों भी चंगा होया करदा है। सरदार ने आख्या, मैनू खबर मिली है असी पेशावर ते हमला करना, ते हाजी खान ने अपने दौड़न का प्रबंध कर लिया। कोई खबर नहीं सी मिली। सिंघा ने आख्या, फिर सरदार ने आख्या, असा जी हाजी खान नूं भज्जन नहीं देना, इस करके प्लैनिंग बनाई जाए, विਉਂਤ बनाई जाए कि हाजी खान दौड़ ना सके। किवें हो सकता है? उन्होंने सरदार महा सिंह जरनैल नूं आख्या, तुसीं अपना जत्था लैके पेशावर शहर के सजे पासे चले जाओ। हाजी खान सजे पासे दौड़ के दरिया लुंडा पार करके काबल जाने की कोशिश करेगा, तुसां उसनूं रोकना है। 7 बचन लैणा सिंह मजीठीए सरदार नूं आख्या गया, तुसीं अपना जत्था लैके शहर के खब्बे पासे पहाड़ां वाले पासे चले जाओ। इधरों महा सिंह रोकेगा, इधरों दी दौड़न की कोशिश करेगा। 7 बचन सरदार देसा सिंह मजीठीए सरदार नूं आख्या गया, तुसीं अपना जत्था लैके शहर के पिछले पासे चले जाओ। जदों असीं तिन्नां पासियां तो घेरिया, उन्हें चौथे रस्ते राहीं दौड़न की कोशिश करनी है, तुसां उहनूं भज्जन नहीं देना है। जदों तुसीं उत्थे चले जाओगे, मैनूं खबर भेज देनी, मैं पेशावर उत्ते हमला कर देवांगा। हुण सरदार नूं किसने आण के दस्सिया सी? किसी ने भी नहीं। पर सरदार नूं इस गल दा पता सी कि हाजी खान अपनियां सारियां ही तोपां जिहड़ियां 40-45 के करीब हैं, वो शहर के बार-बार फिट करके बैठा होया है। सिंह हमला करनगे, दुश्मन दीयां तोपां सिंहां दे परखच्चे उड़ा देणगियां।
सरदार ने मन च विचार की, कहंदा हरी सिया अज तू मर जावे ते 20 वारी मर जावे, तेरा कोई भी जरनैल इत्थे शहीद नहीं होना चाहिए। बहाने दे नाल अपने सरदारां नूं अपने नालों जुदा कर दिता है। मगर बचे सरदार, सरदार अमर सिंह, सरदार निधान सिंह पंज हत्था। इन्हां ने आख्या सानू की हुक्म है? सरदार ने आख्या तुसी मेरे नाल रहोगे पर मेरे पिछे रहोगे। वाह मरदा है, इनू कहंदे ने कौम दी लीडरशिप। ये नहीं कौम नूं बालदी दे बूथे दे के पिठ च छुरा मार के आप गद्दियां दे उत्ते बैठ जाना, इनू राज नहीं कहंदे। सत संगत हर सरदार दूसरे दे उत्ते जिथे किस दा मुड़का डोलदा सी, खून डोलदा सी। प्रोग्राम बन गए है। जदों देसा सिंह मजीठिया सरदार भी पिछले पासे पेशावर दे चलिया गए, खबर मिल गई सरदार नूं, इन्हें अपने सरदारां दे नाल पेशावर शहर दे उत्ते हमला कर दिता। हाजी खान ने सिंघां नूं जिउं आया कहण वास्ते बड़ा वड्डा प्रबंध कीता होया सी। उन्हें अपने तोपचियां नूं हुक्म कीता, तोपां नूं अग विखाओ ते सिंघां नूं जिउं आया आखो। साध संगत तोपां चलियां, 200 सिंघां दा जत्था ऐसा मैदाने जंग च शहीद होया जिन्हें ना अपनियां जे तेगां भी बेमियान नहीं सन कीतियां। घोड़ियां समेत उन्हां दियां लाशां आकाश च तूंबा तूंबा होके उड़ गई। सरदार घबराया नहीं। सरदार ने आख्या खालसा जी, गुरु दे सिखा, सरदार बन के बैठा, तेरे वास्ते तेरे वड वडेरिया ने बड़ा कुछ किया, बड़ियां कुर्बानियां कीतियां, बड़ियां शहादतां दित्तियां ने, खोपरी लहाई है तेरे सिर ते पग रह सके। साडियां मातावां बैठियां होइयां ने, बड़ी वड्डी कुर्बानी है इन्हां दी। साध संगत ये धर्म दा राज एवें नहीं कायम होया दे वास्ते कुर्बानियां दित्तियां गईयां ने। गल सामने आ गई है शहादतां दी। मैं थोड़ा जिहा एक नक्शा तुहाडे चरनां च रखना चाहुंदा। संगत दा टकाव वेख के दिल कर आया कि मैं नक्शा तुहाडे चरनां च रखां। बाबा राम सिंह जी कल दे रात दे कथा दे दीवान च उहदा जिक्र करके गए ने। की कुर्बानियां कीतियां। जिन्ने भी आपां इत्थे बैठे हैं, चलिए मन बिरती लई खड़ी है अपनी लाहौर मीर मनु दी जेल विच। उत्थे मातावां कैद हन। उन्हां मातावां दी गोद च छोटे छोटे बच्चे हन, किसे दी साल दा, किसे दी 1.5 साल दा, किसे दी 6 महीने दा, किसे दे महीने दा। सारा दिन दाने पीसण वास्ते दिते जांदे हन। खन्नी प्रशादा जिन्हों अद्धा किया जाता, छकण वास्ते एक प्याला पानी दा। सारा दिन बीबी ने दाने पीसे। शाम पई, वो माता ने 5 शनाना कीता, अद्धा प्रशादा छकिया, अपने हाथ सुचे करके अपने सारा दिन दे रोंदे बाल नूं अपनी गोद च लैके उसने रहरास साहब जी का जाप किया। सारा दिन का रोंदा बच्चा सौ गया। माता से उस ठंडे फर्श के उत्ते लटा के गल च हजूरिया पा के जिन्नी कोई अरदास उसनूं आउंदी सी, उन्हें अरदास की, हे गुरु कलगीधर पातशाह जीओ, आप जी दे भाणे च दिन बतीत होया, बड़े सुखां दा बतीत होया, रहन आई है, किरपा करनी सुखां दी बतीत हो जावे। बच्चा रोंदा रहा है, बीबी भुखी है, सारा दिन चक्की चलाई है। जलाद ने वेख ले, जाके हाकम नूं दस्सिया, उन्होंने क्रोध चढ़ गया, कहने लगा है ये बीबी मेरे दुख नूं दुख मनदी नहीं। उन्हें आख्या इहदा सुख दुख विच तब्दील कर दिओ। जलाद गए, हाकम खलोता वेख रहे है। जलादा ने बीबी दी गोद चो बच्चा धू के 6 महीने का भुआ के मारे, लोटनियां खांदा होया बच्चा जाके हवाला दियां सीखां नाल वज्जा। सुता होया बच्चा उची उची रोन लगा। दोवां बंदियां ने बीबी नूं सीधा लटाया, मन पक्के दा भारा पत्थर लिया के उहदी छाती दे उत्ते रख दिता, मारिया ठुड। कलगियां वाले दी बचिए, हुण असीं वेखांगे तेरी रात किदां सुखां दी बतीत हुंदी है। जलाद चलिया गया है, पहरेदार चले गए। वो बच्चा रिड़दा रिड़दा अपनी माता दे कोल आया। 4 चफेरे का चक्कर लगाउंदा, कोई साल का है, कोई 1.5 साल का, कोई 6 महीने का। वो छोटे छोटे बच्चे अपने मासूम जे हत्थां नाल, जिन्हां दियां गुलाब दियां पंखड़ियां वर्गियां निक्कियां निक्कियां बुल्लियां सन, छोटे छोटे हाथ सन, माता दी छाती तो पत्थर नूं ढकदे हन।
ਭਾਰਾ ਪੱਥਰ ਜਦੋਂ ਨਹੀਂ ਧੱਕਿਆ ਗਿਆ, ਰਿੜਦੇ ਹਵਾ ਲਾ ਦੀਆਂ ਸੀਖਾਂ ਦੇ ਕੋਲ ਗਏ, ਸੀਖਾਂ ਦੇ ਆਸਰੇ ਨਾਲ ਖਲੋਤੇ ਉੱਚੀ ਉੱਚੀ ਰੋਏ, ਮਾਨੋ ਕਿਸੇ ਨੂੰ ਆਵਾਜ਼ ਦੇ ਰਹੇ ਹੁਣ ਕਿ ਸਾਡੀ ਮਾਂ ਨੂੰ ਇਹ ਪੱਥਰ ਦੇ ਥੱਲੇ ਕੱਢ ਦਿਓ। ਮਾਂ ਨੇ ਵੇਖਿਆ, ਖੱਬੀ ਬਾਂਹ ਲੰਮੀ ਕਰਕੇ ਬੱਚੇ ਨੂੰ ਫੜਿਆ, ਘਸੀਟ ਕੇ ਆਪਣੇ ਕੋਲ ਲੈਣ ਦਾ, ਆਪਣੀ ਉਂਗਲ ਦੇ ਨਾਲ ਉਹਦੇ ਚਿਹਰੇ ਦੇ ਉੱਤੇ ਉਹਦੀਆਂ ਕੋਮਲ ਕੋਮਲ ਗੱਲਾਂ ਦੇ ਉੱਤੇ ਹੰਝੂ ਪੂੰਝੇ। ਮਾਂ ਨੇ ਆਖਿਆ, ਧੌਣ ਨੂੰ ਖੱਬੇ ਪਾਸੇ ਮੋੜ ਕੇ ਬੱਚਿਆ, ਕਲਗੀਆਂ ਵਾਲੇ ਦੇ ਬੱਚਿਆ, ਮੈਂ ਤੈਨੂੰ ਅੱਜ ਆਪਣੀ ਗੋਦ 'ਚ ਨਹੀਂ ਸਵਾਲ ਸਕਦੀ, ਪਰ ਅਰਦਾਸ ਕਰਦੀ ਹਾਂ ਤੇਰਾ ਕਲਗੀਆਂ ਵਾਲਾ ਪਿਤਾ ਅੱਜ ਦੀ ਰਾਤ ਤੈਨੂੰ ਆਪਣੀ ਗੋਦ 'ਚ ਜਗ੍ਹਾ ਦੇਵੇ। ਮਾਤਾ ਨੇ ਬਾਂਹ ਕੀਤੀ, ਮਾਸੂਮ ਬੱਚੇ ਨੇ ਇਸ਼ਾਰਾ ਸਮਝ ਲਿਆ, ਜਿਹਦੇ ਸਿਰ ਤੇ ਬੂਰੇ ਕੱਕੇ ਕੇਸ ਸਨ, ਉਹਨੇ ਆਪਣੀ ਮਾਤਾ ਦੀ ਬਾਂਹ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ। ਮਾਂ ਬੇਹੋਸ਼ ਹੋ ਗਈ, ਬੱਚਾ ਸੌਂ ਗਿਆ। ਕਾਲੀ ਰਾਤ, ਲੰਬੀ ਰਾਤ ਬਤੀਤ ਹੋਈ, ਦਿਨ ਚੜਿਆ, ਪਹਿਰੇਦਾਰ ਆਏ, ਛਾਤੀ ਤੋਂ ਪੱਥਰ ਲਾਂਬੇ ਕੀਤਾ, ਠੁੱਡ ਮਾਰੇ, ਉੱਠ ਕਲਗੀਆਂ ਵਾਲੇ ਦੀ ਬੱਚੀਏ, ਬੜੀਆਂ ਲੋਰੀਆਂ ਦੇਂਦੀ ਸਾਂ, ਅਰਦਾਸਾਂ ਕਰਦੀ ਸਾਂ, ਚੱਲ ਦਾਣੇ ਪੀ। ਉਹ ਬੱਚਾ ਵੀ ਜਾ ਕੇ ਰੋਣ ਲੱਗ ਪਿਆ, ਭੁੱਖਾ ਸੀ 2 ਦਿਨ ਦਾ। ਮਾਂ ਦੁੱਧ ਪਿਆਉਣ ਲੱਗੀ, ਦੁੱਧ ਆਇਆ ਨਹੀਂ। ਕਹਿਣ ਲੱਗੀ, ਮੇਰਿਆ ਬੱਚਿਆ, ਮੈਂ ਤੈਨੂੰ ਆਪਣਾ ਦੁੱਧ ਤੇ ਨਹੀਂ ਪਿਆ ਸਕਦੀ, ਪਰ ਆ ਤੇਰੇ ਬਾਬੇ ਨਾਨਕ ਦੀ ਤੈਨੂੰ ਮੈਂ ਬਾਣੀ ਸੁਣਾਉਂਦੀ ਹਾਂ। ਬੱਚੇ ਨੂੰ ਗੋਦ 'ਚ ਲੈ ਕੇ ਬੀਬੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਪਾਠ ਕਰਕੇ ਬੱਚੇ ਨੂੰ ਲਟਾ ਕੇ ਜ਼ਮੀਨ ਦੇ ਉੱਤੇ, ਬੱਚਾ ਫਿਰ ਸੌਂ ਗਿਆ। ਬੀਬੀ ਨੇ ਅਰਦਾਸ ਕੀਤੀ, ਹੈ ਮਹਾਰਾਜ, ਤੂੰ ਬੜੀ ਕਿਰਪਾ ਕੀਤੀ, ਤੇਰੇ ਭਾਣੇ 'ਚ ਰਹਿਣ ਆਈ ਸੀ, ਬੜੇ ਸੁੱਖਾਂ ਦੀ, ਬੜੇ ਆਨੰਦ ਵਿੱਚ ਬਤੀਤ ਹੋਈ ਹੈ। ਪਾਤਸ਼ਾਹ ਦਿਨ ਚੜਿਆ, ਇਹ ਵੀ ਇਦਾਂ ਹੀ ਤੇਰੇ ਭਾਣੇ 'ਚ ਆਨੰਦ ਵਿੱਚ ਬਤੀਤ ਹੋ ਜਾਵੇ। ਪਹਿਰੇਦਾਰਾਂ ਨੇ ਫਿਰ ਜਾ ਕੇ ਦੱਸਿਆ। ਹਾਕਮ ਨੂੰ ਗੁੱਸਾ ਚੜ ਗਿਆ, ਉਹਨੇ ਇੱਕ ਸਖਤ ਹੁਕਮ ਜਾਰੀ ਕਰ ਦਿੱਤਾ। ਉਹ ਹੁਕਮ ਪਾ ਕੇ ਜ਼ਲਾਦ ਆਏ, ਮਾਂ ਦੀ ਗੋਦ 'ਚੋਂ ਬੱਚਾ ਖਿੱਚ ਕੇ ਬਾਹਰ ਲੈ ਗਏ। ਮਾਂ ਪਿੱਛੇ ਦੌੜੀ, ਮਾਂ ਦੇ ਵੇਖਦਿਆਂ ਵੇਖਦਿਆਂ ਬੱਚਾ ਆਕਾਸ਼ ਵੱਲ ਸੁੱਟ ਦਿੱਤਾ। ਮਾਂ ਨੇ ਥੱਲੇ ਝੋਲੀ ਕੀਤੀ। ਜਲਾਦ ਹੱਸ ਕੇ ਕਹਿੰਦਾ, ਕਲਗੀਆਂ ਵਾਲੇ ਦੀ ਬੱਚੀਏ, ਚਿੰਤਾ ਨਾ ਕਰ, ਇਹਨੂੰ ਮੈਂ ਡਿੱਗਣ ਨਹੀਂ ਦਿੰਦਾ। ਬੱਚਾ ਧਰਤੀ ਵੱਲ ਆ ਰਿਹਾ ਸੀ ਤਾਂ ਜਲਾਦ ਨੇ ਥੱਲੇ ਨੇਜਾ ਕਰ ਦਿੱਤਾ। ਸਾਧ ਸੰਗਤ, ਉਹ ਬੱਚਾ ਨੇਜੇ ਵਿੱਚ ਪਰੋਇਆ ਗਿਆ, ਉਹ ਤੜਫਿਆ, ਉਹਦੀ ਚੀਕ ਨਿਕਲੀ, ਖਾਮੋਸ਼ ਹੋ ਗਏ। ਨੇਜਾ ਉਲਟਾ ਕੀਤਾ ਗਿਆ। ਇਹ ਅਰਦਾਸ ਹੈ, ਜਦੋਂ ਅਸੀਂ ਸੁਣਦੇ ਹਾਂ ਤੇ ਅਸੀਂ ਵਾਸੀਆਂ ਲੈਂਦੇ ਹੁੰਦੇ ਹਾਂ। ਜਿਨ੍ਹਾਂ ਮਾਤਾਵਾਂ ਨੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ, ਉਹ ਕਾਂਡ ਹੈ। ਉਲਟਾ ਕਰਕੇ ਨੇਜਾ ਛਾਤੀ ਤੇ ਰੱਖ ਕੇ ਪੈਰ ਪੁੱਟਿਆ, ਨੇਜਾ ਗੰਡਾਸਾ ਫੜ ਲਿਆ ਤੇ ਬੱਚੇ ਨੂੰ ਨਿੱਕੇ ਨਿੱਕੇ ਟੁਕੜਿਆਂ 'ਚ ਤਬਦੀਲ ਕਰ ਦਿੱਤਾ। ਤੁਹਾਡੇ ਸਾਹਮਣੇ ਤੁਹਾਡੇ ਬੱਚੇ ਨੂੰ ਕੋਈ ਚਪੇੜ ਮਾਰ ਕੇ ਵੇਖਿਆ, ਮਾਂ ਜਾਨ ਨਾ ਕੱਢ ਲਵੇਗੀ? ਧੰਨ ਸਾਨੂੰ ਮਾਵਾਂ। ਟੁਕੜੇ ਕਰਕੇ ਰੱਸੀ 'ਚ ਬੰਨ ਕੇ ਮਾਤਾ ਦੇ ਗਲ 'ਚ ਪਾ ਦਿੱਤਾ। ਕਹਿਣ ਲੱਗੇ, ਲੈ ਗੋਦ 'ਚ ਲੋਰੀਆਂ ਦੇਂਦੀ ਸਾਂ, ਲੈ ਪੀਂਘ ਨਾ ਹੁਲਾਰੇ ਦੇ। ਦਾਣੇ ਪੀਸਣ ਵਾਸਤੇ ਦੇ ਦਿੱਤੇ। ਮਾਤਾ ਪੀਸਦੀ ਹੈ, ਹੱਥਾਂ ਅਗਲੇ ਪਾਸੇ ਜਾਂਦਾ ਹੈ, ਪੁੱਤ ਦੀਆਂ ਬੋਟੀਆਂ ਛਾਤੀ ਨਾਲੋਂ ਹਟਵੀਆਂ ਹੋ ਜਾਂਦੀਆਂ ਨੇ। ਹੱਥਾਂ ਆਪਣੇ ਪਾਸੇ ਆਉਂਦਾ, ਕਮਰ ਸਿੱਧੀ ਹੁੰਦੀ ਹੈ, ਪੁੱਤ ਦੀਆਂ ਬੋਟੀਆਂ ਛਾਤੀ ਨਾਲ ਜੁੜ ਜਾਂਦੀਆਂ ਨੇ। ਸਾਰਾ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ। ਫਿਰ ਕੀ ਹੋਇਆ, ਛਾਂ ਪਈ। ਮਾਤਾ ਨੇ 5 ਇਸ਼ਨਾਨਾ ਕੀਤਾ, ਕਰਕੇ ਚੌਂਕੜਾ ਲਾਇਆ, ਰਹਿਰਾਸ ਸਾਹਿਬ ਦਾ ਜਾਪ ਕੀਤਾ। ਜਾਪ ਕਰਕੇ ਅਰਦਾਸ ਕਰਨ ਲੱਗੇ, ਅੱਜ ਆਪਣੇ ਬੱਚੇ ਦੀਆਂ ਆਂਦਰਾਂ ਦਾ ਹਜ਼ੂਰੀਆ ਬਣਾਇਆ। ਪੁੱਤ ਦੀਆਂ ਬੋਟੀਆਂ ਨੂੰ ਹੱਥਾਂ 'ਚ ਲੈ ਕੇ ਇਹ ਬੀਬੀ ਨੇ ਅਰਦਾਸ ਕੀਤੀ, ਕਲਗੀਆਂ ਵਾਲੇ ਪਾਤਸ਼ਾਹ, ਤੂੰ ਬੜੀ ਕਿਰਪਾ ਕੀਤੀ, ਤੇਰੇ ਭਾਣੇ 'ਚ ਦਿਨ ਚੜਿਆ ਸੀ, ਬੜੇ ਆਨੰਦ ਨਾਲ ਬਤੀਤ ਹੋ ਗਿਆ। ਜਿਵੇਂ ਤੈਨੂੰ ਪਾਉਂਦਾ ਸੀ ਤਿਵੇਂ ਬਤੀਤ ਹੋਇਆ ਮੇਰੇ ਮਾਲਿਕ। ਹੁਣ ਮੈਂ ਅਰਦਾਸ ਕਰਦੀ ਹਾਂ, ਮੇਰਾ ਬੱਚੇ ਦੀ ਸਿੱਖੀ ਕੇਸਾ ਸੁਆਸਾ ਸੰਗ ਨਿਭ ਗਈ। ਮੇਰਾ ਆਪਣੇ ਬੱਚੇ ਬਗੈਰ ਮੇਰੇ ਮਾਲਕ ਜੀ ਨਹੀਂ ਲੱਗਣਾ। ਮੇਰੇ ਪਾਤਸ਼ਾਹ, ਮੇਰੇ ਪੁੱਤਰ ਨੂੰ ਆਪਣੀ ਗੋਦ 'ਚ ਥਾਂ ਦਿੱਤੀ ਹੈ ਤੇ ਮੈਨੂੰ ਵੀ ਆਪਣੇ ਕੋਲ ਬਣਾ ਲਓ। ਪੁੱਤ ਦੀਆਂ ਬੋਟੀਆਂ ਨੂੰ ਵੇਖ ਕੇ ਮਾਤਾ ਨੇ ਆਖਿਆ, ਬੱਚਿਆ, ਉਹ ਮਾਂ ਕੋਈ ਜਿਉਂਦੀ ਫਿਰਦੀ ਜਿਹਦਾ ਪੁੱਤਰ ਉਹਦੀਆਂ ਅੱਖਾਂ ਸਾਹਮਣੇ ਚਲਿਆ ਜਾਵੇ? ਮੇਰਾ ਤੇਰੇ ਬਗੈਰ ਜੀ ਨਹੀਂ ਲੱਗਣਾ। ਆਖੀ ਆਪਣੇ ਕਲਗੀਆਂ ਵਾਲੇ ਪਾਤਸ਼ਾਹ ਨੂੰ, ਮੇਰੀ ਅਭਾਗਨ ਮਾਂ ਨੂੰ ਵੀ ਆਪਣੇ ਕੋਲ ਬੁਲਾ ਲੈ, ਅਸੀਂ ਦੋਵੇਂ ਮਾਂ ਪੁੱਤ ਇਕੱਠੇ ਜਾਵਾਂਗੇ ਤੇਰੇ ਕਲਗੀਆਂ ਵਾਲੇ ਪਾਤਸ਼ਾਹ ਦੀ ਗੋਦ 'ਚ। ਕਰਕੇ ਅਰਦਾਸ ਬੀਬੀ ਦੜ ਕਰਕੇ ਡਿੱਗੀ। ਉਹ ਜੇ 5 ਭੂਤਕ ਸਰੀਰ ਦੇ 'ਚ ਉਹਦੇ ਪ੍ਰਾਣ ਪੰਖੇਰੂ ਹੋ ਗਏ। ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਚਰਨਾਂ 'ਚ ਜਗ੍ਹਾ ਦੇ ਦਿੱਤੀ। ਸਾਧ ਸੰਗਤ, ਇਹ ਅਰਦਾਸ ਉਹ ਇਤਿਹਾਸ ਹੈ
ਜਿਹਦੀ ਬਦੌਲਤ ਅੱਜ ਅਸੀਂ ਆਨੰਦ ਮਾਣ ਰਹੇ। ਸਾਡੇ ਘਰਾਂ 'ਚ ਏਸੀ, ਸਾਡੇ ਘਰਾਂ 'ਚ ਹੀਟਾਂ ਚੱਲਦੀਆਂ ਨੇ ਜਦੋਂ ਬਰਫ਼ ਪੈਂਦੀ ਹੈ। ਸਾਡੇ ਕੋਲ ਮਹਿੰਗੀ ਤੋਂ ਮਹਿੰਗੀ ਗੱਡੀ, मैं 500 एकड़ का मालक, मेरे को 500 ट्रक, मेरे को मेरे को जे, मेरे को वो। कदी उन्होंने याद जरूर करया करिए जिन्हां दी बदौलत अज साडे कोल सब कुछ है, जिन्हां ने अपना सारा कुछ ही साडे वास्ते निछावर कीता है। गुरु दा सिखा किते 5 मिनट 10 मिनट जिथे रोज बाणी पढ़दा किते उन्हां नूं भी याद करया कर। जे नहीं कर सकते उन्हां चिर ही याद कर लईए जिन्ना चिर अरदासिया सिंह अरदास करदा है, उन्हां चिर ही अपने हिरदे च वसा लईए। मैनूं दिता होया समा मेरा समाप्त है। मैं माफी चाहुंदा, इतिहास तो थोड़ा जिहा मैं लांभे गया हाँ। समय दे पाबंद रहना है। 8:15 तक हुक्म कीता सी। 20 मिनट के समय च मैं जिन्ना कुछ भी तुहाडे नाल साझा कर सकिया हाँ, करन दी कोशिश कीती है। मैं पहलां ही बेनती कीती, गाथा बड़ी लंबी है। मैं 2.5 महीने विच टोरंटो सिख राज किवें गया ये कहण दी कोशिश कीती सी। 1 घंटे रोज टाइम दे विच 1.5 महीने के समय च मैं कोशिश करांगा कि हुण स्पीड अपनी वधा लां ते अपने रहिंदे समय विच मजबून नूं मैं तुहाडे चरनां च साझा करन दा यतन करां। इहनियां बेनतियां प्रवान करनियां होईयां भुल्लां दी मैं तुहाडे पासों खिमा मंगदा हां। तुसां ने इतिहास दा सत्कार करदे बेअंत माया अरदास कराई है। सतगुरु सारियां दी हाजियां दर प्रवान करन, कदम कदम लेखे चलाउणा। नानक नाम चढ़दी कला, तेरे भाणे सरबत दा भला। इन्हें बेनतियां प्रवान करो। फतेह बुलाओ। आखो जी वाहिगुरू जी का खालसा, वाहिगुरू जी की फतेह।